बोले सोने हाल सासरी अकाल। वाहिगुरु साहिब जीओ। जिना ना बिसरै नाम से कन्हैया। भेद न जानहु मूल साईं जेहिया। हर के सेवक जो हर पाए तिन की कथा निरारी रे। आवह ना जाहे ना कबहू मरते पार ब्रह्म संगारी रे। परम सन्मान अते सत्कारयोग सतगुरु गरीब नवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ। आप जी रसना नूं करो पवित्र प्यार सत्कार नाल गुर फतेह दी सांझ पाओ जी। वाहिगुरु जी का खालसा वाहिगुरु जी की फतेह। जितने भी आप गुरु प्यारे सत संगी नेमी प्रेमी सज्जन दूरों नेड़ियों चल करके चवर छतर तख्त दे मालिक मीरान मीर पीरान पीर सरवरे कायनात कुन आलम दे सांझे सुल्तान दे समरथ सतगुरु श्री गुरु ग्रंथ साहिब महाराज जी दी पावन हजूरी अंदर काफ़ी लंबेरे समय तो लै करके एकत्र हो बैठे हाजरियां लगवा रहे हो। तमाम गुरमुख संगतां नूं ये भली प्रकार विदित है कि अज दा ये महान गुरमत समागम इन्हां अस्थानां पुर मेरे अति सत्कारयोग ਗਿਆਨੀ ਅਮਰਜੀਤ ਸਿੰਘ ਜੀ ਮਰਜ਼ਾਦਾ ਜਿਹੜੇ ਇਹਨਾਂ ਸਥਾਨਾਂ ਦੇ ਮੁੱਖ ਪ੍ਰਬੰਧਕ ਦੇ ਰੂਪ ਵਿੱਚ ਮਹਾਨ ਨਿਮਰਤਾ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ। ਇੱਥੋਂ ਦੇ ਸਮੁੱਚੇ ਵਿਦਿਆਰਥੀ ਮੰਡਲ ਦੇ ਵੱਲੋਂ ਨਗਰ ਅਤੇ ਇਲਾਕੇ ਦੀਆਂ ਤਮਾਮ ਗੁਰਮੁਖ ਸੰਗਤਾਂ ਦੇ ਸਹਿਯੋਗ ਦੇ ਸਦਕਾ ਸੱਚਖੰਡ ਵਾਸੀ ਪਵਿੱਤਰ ਆਤਮਾ ਨਾਮ ਬਾਣੀ ਦੇ ਰਸੀਏ ਸੇਵਾ ਤੇ ਸਿਮਰਨ ਦੇ ਪੁੰਜ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਦੇ ਅੰਦਰ ਅੱਜ ਦਾ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਦਸ਼ਮੇਸ਼ ਪਿਤਾ ਸਰਬੰਸ ਦਾਨੀ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਵੀ ਇਹ ਮਹਾਨ ਗੁਰਮਤ ਸਮਾਗਮ ਸਮਰਪਿਤ ਕੀਤੇ ਜਾ ਰਹੇ। ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਇਹਨਾਂ ਸਥਾਨਾਂ 'ਤੇ ਮਹਾਨ ਚੜ੍ਹਦੀ ਕਲਾ ਨਾਲ ਮਨਾਇਆ ਜਾਵੇਗਾ।
ਸੋ ਸਾਧ ਸੰਗਤ ਜੀ, ਜਿਨ੍ਹਾਂ ਸਤਿਪੁਰਖਾਂ ਦੀ ਆਪਾਂ ਯਾਦ ਦੇ ਵਿੱਚ ਇਕੱਤਰ ਹੋਏ ਹਾਂ, ਉਹਨਾਂ ਦੇ ਬਾਰੇ ਗੁਰਬਾਣੀ ਦੇ ਅੰਦਰ ਬੇਅੰਤ ਥਾਵਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਜਿਹੜੇ ਮਹਾਤਮਾ ਗੁਰੂ ਦੇ ਬਾਣੀ ਦੇ ਨਾਮ ਰਸੀਏ ਤਤ ਵੇਤਿਆਂ ਦੇ ਸੰਬੰਧ ਵਿੱਚ ਬਚਨ ਆਖੇ ਨੇ ਕਿ ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜੇਹਿਆ। ਉਹਨਾਂ ਮਹਾਂਪੁਰਖਾਂ ਦਾ ਜੇ ਸਮੁੱਚਾ ਜੀਵਨ ਅਸੀਂ ਨਜ਼ਰ ਮਾਰ ਕੇ ਵੇਖੀਏ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਥੇ ਦੇ ਵਿੱਚ ਆ ਕਰਕੇ ਉਹਨਾਂ ਨੇ ਸਾਧ ਸੰਗਤ ਜੀ ਕਿੰਨੀਆਂ ਕਮਾਈਆਂ ਕੀਤੀਆਂ। ਸਾਰੀ ਜ਼ਿੰਦਗੀ ਆਪਣੇ ਆਪ ਨੂੰ ਜਨਾਉਣਾ ਨਹੀਂ ਕੀਤਾ। ਹੱਥਾਂ ਦੇ ਨਾਲ ਜਿਹੜੀਆਂ ਸੇਵਾਵਾਂ ਉਹਨਾਂ ਨੇ ਮਹਾਂਪੁਰਖਾਂ ਦੀਆਂ ਕੀਤੀਆਂ, ਇੱਕ ਰਸਨਾ ਉਹਨੂੰ ਕੀ ਬਿਆਨ ਕਰ ਸਕਦੀ ਹੈ। ਤੇ ਜਿਸ ਵੇਲੇ ਮਹਾਂਪੁਰਖਾਂ ਦੇ ਜਥੇ ਦੇ ਵਿੱਚ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਆ ਕੇ ਭਰਤੀ ਹੋਏ, ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣੇ ਵਾਲੇ ਮਹਾਂਪੁਰਖ, ਉਹਨਾਂ ਨੇ ਬਾਬਾ ਜੀ ਦੀ ਸਿਫਾਰਿਸ਼ ਕੀਤੀ ਸੀ ਜਥੇ ਵਿੱਚ ਰੱਖਣ ਵਾਸਤੇ। ਜਦੋਂ ਵੀ ਕਿਤੇ ਲੰਗੇਆਣੇ ਜਾਣਾ ਤੇ ਉਹਨਾਂ ਮਹਾਂਪੁਰਖਾਂ ਨੂੰ ਕਹਿਣਾ ਕਿ ਤੁਹਾਡੇ ਕਰਕੇ ਮੈਂ ਜਥੇ ਵਿੱਚ ਭਰਤੀ ਹੋਇਆ, ਤੁਸੀਂ ਪੂਜਣਯੋਗ ਹੋ, ਸਤਿਕਾਰਯੋਗ ਹੋ। ਇਹ ਨਿਮਰਤਾ ਦੇ ਸ਼ਬਦ ਸੀ ਬਾਬਾ ਜੀ ਦੇ। ਤੇ ਬਾਬਾ ਪ੍ਰਤਾਪ ਸਿੰਘ ਜੀ ਨੇ ਪਿਆਰ ਦੇ ਵਿੱਚ ਆਖਣਾ, ਮਹਾਂਪੁਰਖੋ, ਜਿਸ ਪਦਵੀ ਦੇ ਉੱਤੇ ਤੁਹਾਨੂੰ ਮਹਾਂਪੁਰਖਾਂ ਨੇ ਸੁਸ਼ੋਭਿਤ ਕਰ ਦਿੱਤਾ, ਉਸ ਨੂੰ ਸਾਡਾ ਸਾਰਿਆਂ ਦਾ ਸਿਰ ਝੁਕਦਾ ਹੈ। ਤੇ ਸਾਰੀ ਰਾਤ ਵੱਡੇ ਮਹਾਂਪੁਰਖਾਂ ਦੇ ਪਾਸ ਬੈਠ ਕਰਕੇ ਸੇਵਾਵਾਂ ਹੱਥੀਂ ਉਹਨਾਂ ਨੇ ਕਰਨੀਆਂ। ਕਦੇ ਮੁੱਠੀ ਚਾਪੀ ਚਰਨਾਂ ਦੀ ਕਰਨੀ। ਸੰਤ ਗਿਆਨੀ ਵੀਰ ਸਿੰਘ ਜੀ ਮੱਧੋਕਿਆਂ ਵਾਲੇ ਮਹਾਂਪੁਰਖ ਵਿਦਿਆ ਪੜ੍ਹਾਉਂਦੇ, ਉਹ ਬਚਨ ਸੁਣਾਉਂਦੇ ਸਨ ਕਿ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੀ ਸੇਵਾ ਨੂੰ ਵੀ ਸਾਰੇ ਸਿੰਘ ਜਥੇ ਦੇ ਮੰਨਦੇ ਸਨ। ਨਾ ਕਦੇ ਅੱਕਦੇ ਸੀ ਮਹਾਂਪੁਰਖ, ਨਾ ਕਦੇ ਥੱਕਦੇ ਸਨ ਸੇਵਾ ਕਰਦਿਆਂ ਹੋਇਆਂ। ਸੇਵਾ ਤੇ ਇੱਕ ਮਹਾਂਪੁਰਖ ਦੀ ਕਿਤੇ ਜ਼ਿੰਦਗੀ ਵਿੱਚ ਮਿਲ ਜਾਵੇ ਕਰਨੀ ਵਾਲੇ ਦੀ, ਉਹ ਜੀਵਨ ਨੂੰ ਪਲਟਾ ਲਿਆ ਕਰਕੇ ਪੂਰਨ ਗੁਰਮੁਖਤਾਈ ਵਾਲਾ ਜੀਵਨ ਬਣਾ ਕੇ ਰੱਖ ਦਿੰਦੀ ਹੈ। ਉਹਨਾਂ ਮਹਾਂਪੁਰਖਾਂ ਦੀ ਸੇਵਾ, ਉਹਨਾਂ ਦੀ ਸੰਗਤ ਬਾਬਾ ਜੀ ਨੂੰ ਪ੍ਰਾਪਤ ਹੋਈ, ਜਿਨ੍ਹਾਂ ਦੇ ਸਿਰ ਦੇ ਉੱਤੇ ਆਪ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੱਥ ਰੱਖ ਕਰਕੇ ਗੁਰਬਾਣੀ ਦੀ ਕਥਾ ਕਰਵਾਉਂਦੇ ਸਨ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ, ਰੱਜ ਕਰਕੇ ਉਹਨਾਂ ਮਹਾਂਪੁਰਖਾਂ ਬਾਬਾ ਜੀ ਨੇ ਸੇਵਾਵਾਂ ਕੀਤੀਆਂ। ਫਿਰ ਉਸ ਤੋਂ ਬਾਅਦ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਰਹਿ ਕੇ ਉੱਥੇ ਵੀ ਨਿਰਮਾਣਤਾ ਦੇ ਵਿੱਚ ਹੀ ਸਮਾਂ ਆਪਣਾ ਕੱਟੀ ਗਏ। ਸੇਵਾ ਦਾ ਅੰਦਰ ਸ਼ੌਂਕ ਸੀ ਬਾਬਾ ਜੀ ਨੂੰ, ਨਿਰਮਾਣਤਾ ਦੇ ਵਿੱਚ ਰਹਿਣਾ, ਕਦੇ ਆਪਾ ਨਹੀਂ ਜਨਾਉਣਾ। ਇਹ ਪੂਰਨ ਮਹਾਂਪੁਰਖ ਦੀ ਜਿਹੜੀ ਸੰਗਤ ਹੁੰਦੀ, ਐਸੇ ਅੰਦਰ ਗੁਣ ਪੈਦਾ ਕਰ ਦਿੰਦੀ ਹੈ। ਅੱਜ ਦੇ ਸਮੇਂ ਵਿੱਚ ਜੇ ਵੇਖਿਆ ਜਾਵੇ ਤਾਂ ਐਸਾ ਮਹਾਂਪੁਰਖ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਦੁਨੀਆ ਵਿੱਚ ਮਿਲ ਸਕਦਾ ਹੈ। ਇਹ ਨਹੀਂ ਹੁੰਦਾ ਵੀ ਕੋਈ ਬੀਜ ਨਾਸ ਹੋ ਜਾਂਦਾ ਹੈ। ਕਮਾਈ ਵਾਲੇ ਸਾਧੂ ਬੈਠੇ ਨੇ, ਰਿੱਧੀਆਂ ਸਿੱਧੀਆਂ ਤਾਕਤਾਂ ਬੇਅੰਤ ਸੰਭਾਲ ਕਰਕੇ ਲਈ ਬੈਠੇ ਨੇ, ਤੇ ਪਰੰਤੂ ਜਿਹੜਾ ਸਭ ਕੁਝ ਕਰਕੇ ਫਿਰ ਨਿਰਮਾਣਤਾ ਵਿੱਚ ਰਹਿਣਾ, ਉਹ ਕੋਈ ਵਿਰਲਾ ਹੀ ਹੁੰਦਾ ਹੈ। ਤੇ ਫਿਰ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਦਸਤਾਰਬੰਦੀ ਦੇ ਸਮੇਂ ਬਾਬਾ ਜੀ ਨੇ ਅੱਗੇ ਹੋ ਕਰਕੇ ਕਿਹਾ ਕਿ ਭਾਈ ਜਰਨੈਲ ਸਿੰਘ ਜੀ ਅਭਿਆਸੀ ਰੋਡੇ ਵਾਲਿਆਂ ਨੂੰ ਇਹ ਸਾਰੀ ਜਿਹੜੀ ਸੇਵਾ ਦਿੱਤੀ ਜਾਵੇ।
ਉੱਥੇ ਵੀ ਨਿਰਮਾਣਤਾ ਵਿੱਚ ਮਗਰ ਰਹੇ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਬਾਬਾ ਜੀ ਨੂੰ ਬਾਪੂ ਜੀ ਕਹਿ ਕਰਕੇ ਬੁਲਾਇਆ ਕਰਦੇ, ਕਿਉਂਕਿ ਸੰਗਤ ਜਿਹੜੀ ਸੀ ਵੱਡੇ ਮਹਾਂਪੁਰਖਾਂ ਤੋਂ ਕੀਤੀ ਹੋਈ। ਕਿਤੇ ਸਾਲ 2 ਸਾਲ ਹੀ ਬੰਦਾ ਕਿਤੇ ਟਕਸਾਲ ਵਿੱਚ ਰਹਿ ਕਰਕੇ ਪ੍ਰਸ਼ਾਦਾ ਪਾਣੀ ਛਕੀ ਚੱਲੇ, ਥੋੜ੍ਹੀ ਬਹੁਤੀ ਸੇਵਾ ਕਰੀ ਚੱਲੇ, ਉੱਚ ਕੋਟੀ ਦਾ ਉਹ ਵਿਦਵਾਨ ਗਿਆਨੀ ਬਣ ਜਾਂਦਾ। ਇਹ ਬਖਸ਼ਿਸ਼ਾਂ ਗੁਰੂ ਕਲਗੀਧਰ ਜੀ ਦੀਆਂ। ਉਹਨਾਂ ਬਾਬਾ ਜੀ ਮਹਾਂਪੁਰਖਾਂ ਨੇ ਤੇ ਸਮੁੱਚਾ ਆਪਣਾ ਜੀਵਨ ਹੀ ਲਾ ਦਿੱਤਾ। ਫਿਰ ਕਿਵੇਂ ਨਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਉਹ ਪਵਿੱਤਰ ਰੂਹ ਰੰਗੀ ਹੋਵੇ। ਰਾਤ ਨੂੰ ਸੌਣ ਲੱਗਿਆਂ ਵੀ ਕੋਲੇ ਮਹਾਂਪੁਰਖਾਂ ਦੀਆਂ ਟੇਪਾਂ ਚੱਲਦੀਆਂ ਰਹਿਣੀਆਂ ਜਾਂ ਗੁਰਬਾਣੀ ਚੱਲਦੀ ਰਹਿਣੀ, ਕਥਾ ਚਲਾ ਲੈਣੀ ਤੇ ਸਿੰਘਾਂ ਨੂੰ ਕੋਲ ਬਿਠਾ ਕੇ ਬਾਣੀ ਸੁਣਨ ਲੱਗ ਜਾਣਾ। ਕਦੇ ਕੀਰਤਨ ਦੇ ਵਿੱਚ ਜੁੜ ਜਾਣਾ, ਕਦੇ ਕਥਾ ਵਿੱਚ ਬੈਠ ਜਾਣਾ ਮਹਾਂਪੁਰਖਾਂ ਨੇ। ਕਿਉਂਕਿ ਉਹ ਸਾਨੂੰ ਪੂਰਨੇ ਪਾ ਕੇ ਦੱਸਦੇ ਨੇ, ਭਾਈ ਜਿਹੜਾ ਸਾਡਾ ਮਨ ਹੈ, ਮਨ ਰੂਪੀ ਭੂਤ ਨੇ ਨੂੰ ਵਸ ਵਿੱਚ ਕਿਵੇਂ ਕਰਨਾ ਹੈ। ਜਿਵੇਂ ਸਾਰ ਕੁਤਾਬਲੀ ਦੇ ਅੰਦਰ ਬੜਾ ਹੀ ਐਸਾ ਇੱਕ ਜਿਹੜਾ ਪਿਆਰਾ ਸ਼ਬਦ ਮਿਲਦਾ ਕਿ ਜਿਹੜਾ ਸਾਡਾ ਮਨ ਰੂਪੀ ਭੂਤ ਹੈ, ਇਹਨੂੰ ਵਸ ਵਿੱਚ ਕਿਵੇਂ ਕੀਤਾ ਜਾ ਸਕਦਾ। ਕਿਸੇ ਐਸੇ ਜਾਦੂ ਟੂਣੇ ਕਰਨ ਵਾਲੇ ਨੇ, ਸਿਲੇ ਕੱਢਣ ਵਾਲੇ ਨੇ ਇੱਕ ਬਹੁਤ ਵੱਡਾ ਜਿਹੜਾ ਪ੍ਰੇਤ ਉਹ ਵਸ ਵਿੱਚ ਕਰ ਲਿਆ। ਉਹਨੂੰ ਵਸ ਵਿੱਚ ਕਰਕੇ ਸਾਧ ਸੰਗਤ ਜੀ ਬਹੁਤ ਤਰ੍ਹਾਂ ਦੇ ਉਹਦੇ ਕੋਲੋਂ ਕੰਮ ਕਰਵਾਈ ਜਾਂਦਾ। ਇੱਕ ਦਿਨ ਉਹ ਪ੍ਰੇਤ ਦੇ ਗਲ ਵਿੱਚ ਸੰਗਲ ਪਾ ਕਰਕੇ ਮੰਡੀ ਵਿੱਚ ਵੇਚਣ ਵਾਸਤੇ ਲੈ ਗਿਆ। ਤੇ ਜਦੋਂ ਮੰਡੀ ਵਿੱਚ ਗਿਆ, ਜਾ ਕਰਕੇ ਉਹਨੇ ਹੋਕਾ ਦਿੱਤਾ ਵੀ ਇਹ ਪ੍ਰੇਤ ਜਿਹੜਾ ਲੈ ਲਓ, ਇਹ 20 ਬੰਦੇ ਰੱਖਣ ਦੀ ਕੋਈ ਲੋੜ ਨਹੀਂ, ਇੰਨਾ ਇਕੱਲਾ ਹੀ ਕੰਮ ਕਰੀ ਜਾਵੇਗਾ। ਇਹਨੂੰ ਪ੍ਰਸ਼ਾਦੇ ਦੀ ਕੋਈ ਲੋੜ ਨਹੀਂ ਹੈ, ਰਹਿਣ ਵਾਸਤੇ ਮਕਾਨ ਨਹੀਂ ਚਾਹੀਦੇ, ਪਹਿਨਣ ਵਾਸਤੇ ਕੋਈ ਕੱਪੜੇ ਦੀ ਲੋੜ ਨਹੀਂ ਪੈਣੀ। ਤੇ ਉੱਥੇ ਇੱਕ ਸ਼ਾਹੂਕਾਰ ਫਿਰਦਾ ਸੀ ਮੰਡੀ ਵਿੱਚ, ਉਹਨੇ ਆਵਾਜ਼ ਸੁਣ ਲਈ। ਤੇ ਜਦੋਂ ਉਹਨੇ ਆਵਾਜ਼ਾਂ ਸੁਣਿਆ ਤੇ ਕਹਿੰਦਾ, ਮੇਰੇ ਤੇ ਘਰ ਦੇ ਵਿੱਚ ਦੁਕਾਨ ਤੋਂ ਕਿੰਨੇ ਨੌਕਰਾਂ ਦਾ ਖਰਚ ਨਿਕਲੀ ਜਾਂਦਾ, ਕਿੰਨੀਆਂ ਤਨਖਾਹਾਂ ਦਿਨਾ, ਰਹਿਣ ਵਾਸਤੇ ਪ੍ਰਬੰਧ ਕਰਦਾ, ਕੱਪੜੇ ਸਿਲਾਈ ਕਰਵਾ ਕੇ ਦਿਨਾ, ਕਿਉਂ ਨਾ ਹੋਵੇ ਪ੍ਰੇਤ ਹੀ ਖਰੀਦ ਲਵਾਂ। ਇਹ ਸਾਰੇ ਕੰਮ ਕਰੇਗਾ, ਖਾਣਾ ਕੁਝ ਨਹੀਂ, ਪਹਿਨਣਾ ਕੁਝ ਨਹੀਂ ਹੈ। ਉਸ ਵੇਲੇ ਜਾ ਕਰਕੇ ਪੁੱਛਣ ਲੱਗਿਆ ਵੀ ਇਹਦਾ ਮੁੱਲ ਕੀ ਹੈ। ਉਸ ਮਨੁੱਖ ਨੇ ਉਹਨੂੰ ਦੱਸਿਆ ਵੀ ਇਹਦਾ 100 ਰੁਪਇਆ ਮੁੱਲ ਹੈ। 100 ਰੁਪਇਆ ਦੇ ਕਰਕੇ ਸ਼ਾਹੂਕਾਰ ਨੇ ਆਪਣੇ ਹੱਥ ਵਿੱਚ ਉਹ ਪ੍ਰੇਤ ਦੀ ਸੰਗਲੀ ਪਕੜ ਲਈ। ਤੇ ਜਦੋਂ ਉਹ ਵੇਚਣ ਵਾਲਾ ਤੁਰਨ ਲੱਗਿਆ, ਕਹਿਣ ਲੱਗਿਆ, ਸੱਜਣਾ ਇਹਦੀਆਂ ਸਿਫਤਾਂ ਤਾਂ ਤੂੰ ਸੁਣ ਲਈਆਂ, ਇਹਦੀਆਂ ਵਡਿਆਈਆਂ ਤੂੰ ਸੁਣ ਲਈਆਂ, ਤੇ ਦੂਸਰਾ ਪਾਸਾ ਨਹੀਂ ਤੂੰ ਸੁਣਿਆ। ਇਹ ਤੇਰੇ ਸਾਰੇ ਕੰਮ ਕਰੇਗਾ, 20 ਨੌਕਰਾਂ ਜਿੰਨਾ ਇਕੱਲਾ ਹੀ ਕੰਮ ਕਰਦਾ ਫਿਰੇਗਾ, ਪਰੰਤੂ ਜਿੱਦਣ ਤੇਰੇ ਕੰਮ ਮੁੱਕ ਗਏ ਨੇ ਤੈਨੂੰ ਮਾਰ ਦੇਣਾ। ਉਹ ਸ਼ਾਹੂਕਾਰ ਦੁਕਾਨ ਤੇ ਲੈ ਗਿਆ ਪ੍ਰੇਤ ਨੂੰ, ਤੇ ਜਦੋਂ ਦੁਕਾਨ ਤੇ ਜਾ ਕਰਕੇ ਬਿਠਾ ਦਿੱਤਾ, ਤੇ ਜਿਹੜਾ ਕੰਮ ਕਹਿੰਦਾ ਇੱਕ ਖਿੰਨ ਦੇ ਵਿੱਚ, ਇੱਕ ਅੱਖ ਝਮਕਣ ਦੇ ਵਿੱਚ ਹੀ ਕਰਕੇ ਵਾਪਸ ਆ ਜਾਂਦਾ। ਕਿਉਂਕਿ ਪ੍ਰੇਤ ਦੇ ਕੋਲ ਸਾਧ ਸੰਗਤ ਜੀ ਤਨ ਸਰੀਰ ਨਹੀਂ ਹੁੰਦਾ, ਉਹਦੇ ਕੋਲ ਇਕੱਲਾ ਮਨ ਹੈ। ਸਾਡਾ ਮਨ ਇੱਕ ਖਿੰਨ ਵਿੱਚ ਹੀ 7 ਸਮੁੰਦਰਾਂ ਤੋਂ ਪਾਰ ਚਲਿਆ ਜਾਂਦਾ, ਇੱਕ ਖਿੰਨ ਵਿੱਚ ਹੀ ਫਿਰ ਵਾਪਸ ਆ ਜਾਂਦਾ, ਖਿੰਨ ਵਿੱਚ ਹੀ ਨਰਕਾਂ ਨੂੰ ਦੇਖਣ ਤੁਰ ਪੈਂਦਾ, ਖਿੰਨ ਵਿੱਚ ਹੀ ਸੱਚਖੰਡ ਦੇ ਸੁਪਨੇ ਲੈਣ ਲੱਗ ਜਾਂਦਾ। ਇਹ ਮਨ ਜਿਹੜਾ ਹੈ, ਇਹ ਇੱਕ ਖਿੰਨ ਦੇ ਵਿੱਚ ਹੀ ਤੋਲਾ ਤੇ ਮਾਸਾ ਰੂਪ ਧਾਰਨ ਕਰ ਲੈਂਦਾ। ਜਦੋਂ ਸਾਧ ਸੰਗਤ ਤੋਂ ਕੰਮ ਕਹਿੰਦਾ ਤੇ ਉਸੇ ਵੇਲੇ ਕਰਕੇ ਆ ਜਾਂਦਾ, ਤੇ 2-4 ਦਿਨਾਂ ਦੇ ਅੰਦਰ ਸਾਰੇ ਕੰਮ ਉਹਦੇ ਮੁੱਕਣੇ ਸ਼ੁਰੂ ਹੋ ਗਏ। ਜਿਵੇਂ ਜਿਵੇਂ ਕੰਮ ਮੁੱਕੀ ਜਾਂਦੇ ਤੇ ਉਹਨੂੰ ਸਾਹਮਣੇ ਆਪਣੀ ਮੌਤ ਦਿਸਦੀ ਵੀ ਹੁਣ ਮੇਰਾ ਇਹਨੇ ਕਤਲ ਕਰ ਦੇਣਾ, ਮੈਨੂੰ ਮਾਰ ਦੇਣਾ। ਸ਼ਾਹੂਕਾਰ ਨੇ ਭੋਜਨ ਵੀ ਛੱਡ ਦਿੱਤਾ, ਪਾਣੀ ਪੀਣਾ ਵੀ ਬੰਦ ਕਰ ਦਿੱਤਾ, ਬਿਮਾਰ ਪੈ ਗਿਆ ਮੰਜੇ ਦੇ ਉੱਤੇ, ਕੁਝ ਸੁੱਝਦਾ ਨਹੀਂ ਹੈ। ਉਹਦੀ ਜਿਹੜੀ ਪੁੱਤਰੀ ਸਿਆਣੀ ਸੀ, ਪੜ੍ਹੀ ਲਿਖੀ ਬੱਚੀ, ਉਹ ਪੁੱਛਦੀ, ਪਿਤਾ ਜੀ ਕੀ ਹੋਇਆ? ਖਾਂਦੇ ਪੀਂਦੇ ਨਹੀਂ, ਲੋਕ ਆਉਂਦੇ ਨੇ, ਬੋਲ ਚਾਲ ਨਹੀਂ ਕਰਦੇ, ਕਿਸੇ ਨਾਲ ਲੈਣ ਦੇਣ ਨਹੀਂ ਕਰਦੇ, ਵਪਾਰ ਕਿਵੇਂ ਚੱਲੇਗਾ? ਤਾਂ ਸ਼ਾਹੂਕਾਰ ਕਹਿੰਦਾ, ਪੁੱਤਰੀ ਮੈਂ ਤੈਨੂੰ ਕੀ ਦੱਸਣਾ ਕਰਾਂ,
ਮੈਂ ਜਿਹੜਾ ਸੀ ਲਾਲਚ ਵਿੱਚ ਆ ਕੇ 100 ਰੁਪਇਆ ਦੇ ਕੇ ਆ ਪ੍ਰੇਤ ਖਰੀਦ ਲਿਆ, ਤੇ ਇਹ ਜਿਹੜਾ ਪ੍ਰੇਤ ਸੀ ਇਹ ਸਾਰੇ ਕੰਮ ਕਰਕੇ ਵਾਪਸ ਆਈ ਜਾਂਦਾ। ਮੈਨੂੰ ਉਹਨੇ ਕਿਹਾ ਸੀ ਵੇਚਣ ਵਾਲੇ ਨੇ, ਜਿੱਦਣ ਤੇਰੇ ਕੰਮ ਮੁੱਕ ਗਏ ਤੈਨੂੰ ਇਹਨੇ ਮਾਰ ਦੇਣਾ। ਮੈਨੂੰ ਹੁਣ ਮੌਤ ਸਾਹਮਣੇ ਦਿਸਦੀ, ਛਕਣ ਵਾਸਤੇ, ਪੀਣ ਵਾਸਤੇ, ਭੋਗਣ ਪਹਿਨਣ ਵਾਸਤੇ ਕੋਈ ਚੰਗਾ ਨਹੀਂ ਲੱਗਦਾ। ਤਾਂ ਬੱਚੀ ਕਹਿੰਦੀ, ਪਿਤਾ ਜੀ ਇਹਦਾ ਇਲਾਜ ਮੈਂ ਕਰਦੀ, ਤੁਸੀਂ ਉੱਠੋ, ਆਪਣਾ ਕਾਰੋਬਾਰ ਕਰੋ, ਖਾਣਾ ਪੀਣਾ ਕਰੋ, ਲੈਣ ਦੇਣ ਕਰੋ, ਲੋਕਾਂ ਵਿੱਚ ਵਿਚਰੋ। ਕਹਿੰਦਾ ਮੈਨੂੰ ਤੇ ਕੋਈ ਸੁਝਦਾ ਨਹੀਂ, ਤੂੰ ਇਹਦਾ ਇਲਾਜ ਕੀ ਕਰੇਂਗੀ? ਉਹਨੇ ਨੌਕਰਾਂ ਨੂੰ ਕਹਿ ਕਰਕੇ ਵੱਡਾ ਸਾਰਾ ਜਿਹੜਾ ਦਰਖਤ ਸੀ ਉਹਦੀਆਂ ਜੜ੍ਹਾਂ ਤੇ ਉੱਪਰਲੇ ਟਹਿਣੇ ਕਟਾ ਕਰਕੇ ਉਹਦਾ ਮੁੱਢ ਵਿਹੜੇ ਵਿੱਚ ਗੜਾ ਦਿੱਤਾ, ਤੇ ਪ੍ਰੇਤ ਦਾ ਜਿਹੜਾ ਸੰਗਲ ਸੀ ਉਹ ਨੇੜੇ ਕਰਕੇ ਉਹਦੇ ਦਰਖਤ ਦੇ ਨਾਲ ਬੰਨ੍ਹ ਦਿੱਤਾ। ਉਹਨੂੰ ਕਹਿੰਦੀ ਇਹਦੇ ਉੱਤੇ ਚੜੀ ਚੱਲ, ਉਤਰੀ ਚੱਲ, ਚੜੀ ਚੱਲ, ਉਤਰੀ ਚੱਲ, ਚੜੀ ਚੱਲ, ਉਤਰੀ ਚੱਲ, ਇਹੀ ਤੇਰਾ ਕੰਮ ਹੈ। ਜਦੋਂ ਕੋਈ ਕੰਮ ਕਰਵਾਉਣਾ ਤੇ ਉਹਨੂੰ ਛੱਡ ਦਿੰਦੀ, ਉਹ ਆ ਜਾਂਦਾ ਤੇ ਫਿਰ ਦਰਖਤ ਤੇ ਚੜੀ ਜਾਂਦਾ, ਉਤਰੀ ਜਾਂਦਾ। ਉਸ ਕੰਮ ਕਰਕੇ ਉਸ ਲੜਕੀ ਨੇ, ਪੁੱਤਰੀ ਬੱਚੀ ਨੇ, ਇਹ ਜਿਹੜਾ ਪ੍ਰੇਤ ਵਸ ਵਿੱਚ ਕਰਕੇ ਦਿਖਾ ਦਿੱਤਾ। ਇਹ ਜਿਹੜਾ ਐਸਾ ਬਾਹਰੀ ਪ੍ਰਮਾਣ ਸਾਡੇ ਅੰਤਰੀਵ ਐਸਾ ਢੁਕਦਾ ਸਾਡੇ ਉੱਪਰ, ਸਾਡਾ ਮਨ ਰੂਪੀ ਜਿਹੜਾ ਭੂਤਨਾ ਹੈ, ਮਨ ਰੂਪੀ ਪ੍ਰੇਤ ਹੈ, ਤੇ ਇਹਨੂੰ ਵਸ ਵਿੱਚ ਕਿਵੇਂ ਕਰਨਾ ਹੈ? ਇਹ ਖਿਨ ਵੀ ਨਹੀਂ ਟਿਕਦਾ, ਖਿਨ ਵਿੱਚ ਕਿਤੇ, ਖਿਨ ਵਿੱਚ ਕਿਤੇ ਚਲਿਆ ਜਾਂਦਾ। ਫਿਰ ਗੁਰੂ ਦੇ ਪਿਆਰੇ ਜਿਹੜੇ ਬਾਬਾ ਜੀ ਵਰਗੇ ਮਹਾਂਪੁਰਖ ਨੇ, ਉਹ ਆਪਣੇ ਹਿਰਦੇ ਦੇ ਅੰਦਰ ਸ਼ਬਦ ਦਾ ਜਿਹੜਾ ਥੰਮ ਗੱਡ ਲੈਂਦੇ ਨੇ। ਫਿਰ ਉਹ ਕਹਿੰਦੇ ਮਨ ਨੂੰ, ਇਹਦੇ ਉੱਤੇ ਚੜੀ ਚੱਲ, ਕਮਾਈ ਕਰੀ ਚੱਲ ਸ਼ਬਦ ਦੀ, ਉਤਰੀ ਚੱਲ, ਚੜੀ ਚੱਲ, ਬਾਰ-ਬਾਰ ਜਾਪ ਕਰੀ ਚੱਲ ਵਾਹਿਗੁਰੂ, ਗੁਰ ਮੰਤਰ, ਮੂਲ ਮੰਤਰ ਜਪੀ ਚੱਲ। ਜਦੋਂ ਮਨ ਕਿਤੇ ਵਾਹਿਗੁਰੂ ਦੇ ਸਿਮਰਨ ਵੱਲੋਂ ਚਾਟ ਹੁੰਦਾ ਤੇ ਮੂਲ ਮੰਤਰ ਵਿੱਚ ਲਾ ਦਿੰਦੇ ਨੇ। ਜਦੋਂ ਮੂਲ ਮੰਤਰ ਜਪਦਾ ਜਪਦਾ ਵੀ ਥਕੇਵਾਂ ਮਹਿਸੂਸ ਕਰਦਾ, ਫਿਰ ਕਹਿੰਦੇ ਜਪ ਜੀ ਦੇ ਪਾਠਾਂ ਵਿੱਚ ਲੱਗ ਜਾ। ਇਧਰੋਂ ਮਨ ਮੁੜਦਾ ਤੇ ਸੁਖਮਣੀ ਦੇ ਪਾਠ ਵੱਲ ਲਾ ਦਿੰਦੇ ਮਹਾਂਪੁਰਖ। ਜਦੋਂ ਬਾਣੀ ਵੱਲੋਂ ਉਚਾਟ ਹੁੰਦਾ ਤੇ ਕੀਰਤਨ ਵਿੱਚ ਜੋੜ ਦਿੰਦੇ ਨੇ। ਜਦੋਂ ਕੀਰਤਨ ਸੁਣਦਾ ਸੁਣਦਾ ਵੀ ਮਨ ਕਿਤੇ ਅੱਕ ਜਾਂਦਾ, ਫਿਰ ਕਹਿੰਦੇ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਸੁਣ ਹਰ ਕਥਾ ਉਤਾਰੀ ਮੈਲ। ਐਸੀ ਜਿਹੜੀ ਕਥਾ ਪਾਵਨ ਗੁਰਬਾਣੀ ਦੀ, ਉਹਨੂੰ ਸੁਣਨ ਦੇ ਵਿੱਚ ਮਨ ਨੂੰ ਜੋੜ ਦਿੰਦੇ ਨੇ। ਇਹ ਸਮੁੱਚਾ ਜਿਹੜਾ ਸੀ ਸਾਧ ਸੰਗਤ ਜੀ, ਸ਼ਬਦ ਦਾ ਭਾਵ ਬਾਬਾ ਜੀ ਦੇ ਜੀਵਨ ਵਿੱਚੋਂ ਸਾਨੂੰ ਝਲਕਾਂ ਵੱਜਦੀਆਂ ਸਨ। ਕਦੇ ਉਹ ਮਹਾਂਪੁਰਖ ਕਥਾ ਸੁਣਨ ਵਿੱਚ ਆਪਣਾ ਮਨ ਜੋੜ ਕੇ ਬੈਠਦਾ ਸਾਨੂੰ ਸਿਖਾਉਣ ਵਾਸਤੇ, ਕਦੇ ਉਹ ਨਾਮ ਦਾ ਰਸੀਆ ਮਹਾਂਪੁਰਖ ਕੀਰਤਨ ਸੁਣਦਾ ਰਾਗੀ ਸਿੰਘਾਂ ਦੇ ਸਨਮੁਖ ਬੈਠ ਕਰਕੇ ਸਾਨੂੰ ਪੂਰਨੇ ਪਾਉਣ ਵਾਸਤੇ, ਕਦੇ ਗੁਰਬਾਣੀ ਦੇ ਪਾਠ ਸ਼ਰਵਣ ਕਰਦੇ ਮਹਾਂਪੁਰਖ ਬੈਠ ਕੇ, ਕਦੇ ਹੱਥੀਂ ਸੇਵਾ ਕਰਿਆ ਕਰਦੇ। ਇਹ ਬਾਬਾ ਜੀ ਦਾ ਜਿਹੜਾ ਸਮੁੱਚਾ ਜੀਵਨ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋ ਚੁੱਕਿਆ ਸੀ। ਐਸੀਆਂ ਜਿਹੜੀਆਂ ਰੂਹਾਂ ਸਾਧ ਸੰਗਤ ਫਿਰ ਜਦੋਂ ਰਸਨਾ ਤੋਂ ਬਚਨ ਕਰਦੀਆਂ, ਤੇ ਉਹਨਾਂ ਦੇ ਬਚਨਾਂ ਦੇ ਵਿੱਚ ਬਰਕਤ ਕਿਵੇਂ ਨਾ ਹੋਵੇ, ਰਿੱਧੀਆਂ ਸਿੱਧੀਆਂ ਕਿਵੇਂ ਨਾ ਉਹਨਾਂ ਦੇ ਬਚਨਾਂ ਚੋਂ ਡੁੱਲ ਡੁੱਲ ਕੇ ਪੈਂਦੀਆਂ ਹੋਣ। ਕਿੰਨੇ ਗਿਆਨੀ ਸਿੰਘ, ਕਿੰਨੇ ਰਾਗੀ ਸਿੰਘ ਦਮਦਮੀ ਟਕਸਾਲ ਅੰਦਰ ਬਾਬਾ ਜੀ ਨੇ ਬਚਨਾਂ ਨਾਲ ਹੀ ਉਹਨਾਂ ਨੂੰ ਕਥਾ ਕਰਨ ਬਿਠਾ ਦਿੱਤਾ। ਕਿੰਨਿਆਂ ਨੂੰ ਬਚਨ ਕੀਤੇ ਤੇ ਉੱਚ ਕੋਟੀ ਦੇ ਰਾਗੀ ਬਣਾ ਕੇ ਰੱਖ ਦਿੱਤੇ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਐਸੇ ਉਹ ਮਹਾਂਪੁਰਖ ਦੀ ਅੱਜ ਅਸੀਂ ਪਵਿੱਤਰ ਮਿੱਠੀ ਪਿਆਰੀ ਯਾਦ ਦੇ ਵਿੱਚ ਜੁੜੇ ਹਾਂ। ਜਿਤਨੇ ਵੀ ਇੱਥੇ ਵਿਦਿਆਰਥੀ ਪੜ੍ਹਦੇ ਨੇ, ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਮਰਜ਼ਾਦਾ ਜੀ, ਇਹਨਾਂ ਗੁਰਮੁਖਾਂ ਦੇ ਕੋਲ ਇਹ ਸਾਰੇ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਲੇ ਸਿੰਘ ਨੇ। ਸਾਰੀ ਜ਼ਿੰਦਗੀ ਮਹਾਂਪੁਰਖਾਂ ਨੇ ਮਰਜ਼ਾਦਾ ਨੂੰ ਮੁੱਖ ਰੱਖਿਆ। ਕਿਤੇ ਵੀ ਕੋਈ ਗੱਲ ਹੁੰਦੀ ਸੀ, ਮਰਜ਼ਾਦਾ ਮਹਾਂਪੁਰਖ ਕਹਿੰਦੇ ਸਨ, ਭਾਈ ਜੇ ਮਰਜ਼ਾਦਾ ਨਾ ਕਿਤੇ ਰਹਿਣਾ ਕੀਤੀ ਤੇ ਕੱਖ ਵੀ ਨਹੀਂ ਰਹੇਗਾ। ਬੋਪਾ ਰਾਏ ਕਲਾਂ ਵਿਖੇ ਆਉਣਾ ਜੋੜ ਮੇਲੇ ਤੇ, ਉੱਥੇ ਹੱਸਦੇ ਹੋਏ ਕਹਿ ਦਿੰਦੇ ਸਨ, ਕਹਿੰਦੇ ਵੈਦ ਜੀ ਮਹਾਂਪੁਰਖਾਂ ਨੂੰ ਕਹਿੰਦੇ ਸੀ, ਕਹਿੰਦੇ ਵੈਦ ਨੇ ਜਿਹੜਾ ਧੂਣਾ ਇਹ ਤਪਦਾ ਰੱਖਿਆ ਹੈ,
ਭਾਵ ਉੱਥੇ ਜਿਹੜੇ ਸਿੰਘ ਨੇ ਉਹ ਪੜ੍ਹਦੇ ਨੇ ਗੁਰਮਤਿ ਵਿਦਿਆ, ਕੋਈ ਰਾਗੀ ਸਿੰਘ ਬਣਦਾ, ਕੋਈ ਕਥਾਵਾਚਕ ਪੈਦਾ ਹੁੰਦਾ। ਇਹ ਟਕਸਾਲ ਹੀ ਸਾਡੀ ਵਿਦਿਆ ਦਾ ਸਾਧ ਸੰਗਤ ਜੀ ਪ੍ਰਮੁੱਖ ਕੇਂਦਰ ਹੈ। ਇਸ ਟਕਸਾਲ ਨੇ ਯੋਧੇ ਪੈਦਾ ਕੀਤੇ ਨੇ, ਇਸ ਟਕਸਾਲ ਨੇ ਵੱਡੇ ਵੱਡੇ ਪੰਥ ਦੇ ਵਿਦਵਾਨ ਪੈਦਾ ਕੀਤੇ, ਇਸ ਟਕਸਾਲ ਨੇ ਕੌਮ ਦੇ ਜਥੇਦਾਰ ਸਾਨੂੰ ਦਿੱਤੇ ਨੇ, ਇਸ ਕੌਮ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨ ਜਥੇਦਾਰ ਦਿੱਤੇ। ਇਹ ਦੇਣ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹੈ। ਸੋ ਇਹਨਾਂ ਸਥਾਨਾਂ ਤੇ ਵੀ ਜਿੰਨੇ ਸਿੰਘ ਪੜ੍ਹਦੇ ਨੇ, ਧੰਨ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਧੰਨ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਰੇ ਸਿੰਘਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਸਤਿਗੁਰੂ ਪਾਤਸ਼ਾਹ ਜੀ। ਨਿਤਨੇਮ ਸੇਵਾ ਤੇ ਸਿਮਰਨ ਦੀਆਂ ਦਾਤਾਂ ਸਾਰੇ ਸਾਡੀ ਸੰਗਤ ਸਿੰਘਾਂ ਦੀ ਝੋਲੀ ਵਿੱਚ ਸਤਿਗੁਰੂ ਪਾਤਸ਼ਾਹ ਪਾ ਕੇ ਨਿਵਾਜਦੇ ਰਹਿਣ। ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਮਰਜ਼ਾਦਾ, ਉਹਨਾਂ ਗੁਰਮੁਖ ਪਿਆਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਬੜੀ ਚੜ੍ਹਦੀ ਕਲਾ ਨਾਲ ਸਤਿਗੁਰੂ ਪਾਤਸ਼ਾਹ ਅਸਥਾਨਾਂ ਤੇ ਵਿਦਿਆ ਦੀਆਂ ਹੋਰ ਜਿੰਨੀਆਂ ਵੀ ਅਨੇਕਾਂ ਪ੍ਰਕਾਰ ਦੀਆਂ ਇੱਥੇ ਸੇਵਾਵਾਂ ਚੱਲ ਰਹੀਆਂ, ਸਤਿਗੁਰੂ ਜੀ ਆਪ ਹੀ ਕਰਵਾਉਂਦੇ ਰਹਿਣ। ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਸਟੇਜ ਦੇ ਉੱਪਰ ਸੁਭਾਏਮਾਨ ਨੇ। ਕੁਝ ਗੁਰਮੁਖ ਰੂਹਾਂ ਆਪ ਜੀ ਨੂੰ ਪ੍ਰਵਚਨ ਸੁਣਾ ਕਰਕੇ ਚਲੇ ਗਏ ਹਨ। ਸਤਿਕਾਰਯੋਗ ਸੰਤ ਗਿਆਨੀ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਪੰਥ ਦੇ ਮਹਾਨ ਵਿਦਵਾਨ ਹਨ, ਉਹ ਵੀ ਆਪ ਜੀ ਨਾਲ ਬਚਨਾਂ ਦੀ ਸਾਂਝ ਪਾ ਕੇ ਗਏ ਨੇ। ਸਤਿਕਾਰਯੋਗ ਗਿਆਨੀ ਨਛੱਤਰ ਸਿੰਘ ਜੀ ਭੋਲਾ ਜੀ, ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਕਹਿੰਦੇ ਹਾਂ, ਤੇ ਉਹ ਵੀ ਆਪ ਸੰਗਤਾਂ ਦੇ ਸਨਮੁਖੇ ਤੇ ਦਰਸ਼ਨ ਹੋ ਰਹੇ ਸਨ। ਸਤਿਕਾਰਯੋਗ ਗਿਆਨੀ ਜਤਿੰਦਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਸੇਵਾ ਹੈ, ਲਿਖਤੀ ਰੂਪ ਦੇ ਵਿੱਚ ਵੀ, ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਰੂਪ ਦੇ ਵਿੱਚ ਵੀ, ਦਮਦਮੀ ਟਕਸਾਲ ਦੇ ਅੰਦਰ ਬਹੁਤ ਵੱਡਾ ਇਹਨਾਂ ਨੇ ਯੋਗਦਾਨ ਪਾਇਆ। ਹੋਰ ਬੇਅੰਤ ਗੁਰਮੁਖ ਰੂਹਾਂ ਸਤਿਕਾਰਯੋਗ ਗਿਆਨੀ ਸਤਨਾਮ ਸਿੰਘ ਜੀ ਬੈਠੇ ਹਨ। ਸਾਰੀਆਂ ਗੁਰਮੁਖ ਸੰਗਤਾਂ ਦਾ, ਗੁਰੂ ਪਿਆਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਜੀ। ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ। ਇੰਨਾ ਸਮਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोल